ਜੈ ਸ਼੍ਰੀ ਕ੍ਰਿਸ਼ਨਾ। ਰਾਧੇ ਰਾਧੇ। ਅੱਜ ਮੈਂ ਤੁਹਾਨੂੰ ਮਾਘ ਮਹੱਤਮ ਦਾ ਦੂਸਰਾ ਅਧਿਆਇ ਸੁਣਾਉਣ ਲੱਗਾ ਹਾਂ। ਰਾਜਾ ਦੇ ਇਸ ਤਰ੍ਹਾਂ ਦੇ ਵਚਨ ਸੁਣ ਕੇ ਤਪਸਵੀ ਨੇ ਕਿਹਾ, ਹੇ ਰਾਜਨ, ਭਗਵਾਨ ਸੂਰਜ ਦੇਵ ਬਹੁਤ ਜਲਦੀ ਉਦੇ ਹੋਣ ਵਾਲੇ ਹਨ। ਇਸ ਲਈ ਇਹ ਸਮਾਂ ਸਾਡੇ ਇਸ਼ਨਾਨ ਕਰਨ ਦਾ ਹੈ, ਕਥਾ ਕਰਨ ਦਾ ਨਹੀਂ। ਸੋ ਤੁਸੀਂ ਇਸ਼ਨਾਨ ਕਰਕੇ ਆਪਣੇ ਘਰ ਨੂੰ ਜਾਓ ਅਤੇ ਆਪਣੇ ਗੁਰੂ ਸ਼੍ਰੀ ਵਸ਼ਿਸ਼ਠ ਜੀ ਤੋਂ ਇਸ ਮਹਾਤਮ ਨੂੰ ਸੁਣੋ। ਇੰਨਾ ਕਹਿ ਕੇ ਤਪਸਵੀ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਚਲਾ ਗਿਆ ਅਤੇ ਰਾਜਾ ਵੀ ਵਿਧੀ ਪੂਰਵਕ ਸਰੋਵਰ ਵਿੱਚ ਇਸ਼ਨਾਨ ਕਰਨ ਆਪਣੇ ਘਰ ਨੂੰ ਵਾਪਸ ਆਇਆ ਅਤੇ ਮਹਿਲ ਵਿੱਚ ਜਾ ਕੇ ਰਾਣੀ ਨੂੰ ਤਪਸਵੀ ਦੀ ਸਾਰੀ ਕਥਾ ਸੁਣਾਈ। ਤਦ ਸੂਤ ਜੀ ਨੇ ਕਿਹਾ, ਹੇ ਗੁਰੂਦੇਵ, ਰਾਜਾ ਨੇ ਆਪਣੇ ਗੁਰੂ ਵਸ਼ਿਸ਼ਠ ਜੀ ਤੋਂ ਪ੍ਰਸ਼ਨ ਕੀਤਾ ਅਤੇ ਉਹਨਾਂ ਨੇ ਕੀ ਉੱਤਰ ਦਿੱਤਾ, ਉਹ ਮੈਨੂੰ ਕਹੋ। ਤਦ ਵਿਆਸ ਜੀ ਕਹਿਣ ਲੱਗੇ ਕਿ ਹੇ ਸੂਤ, ਰਾਜਾ ਦਲੀਪ ਨੇ ਰਾਤ ਨੂੰ ਮਹਿਲ ਵਿੱਚ ਸੁੱਖ ਨਾਲ ਸੋ ਕੇ ਸਵੇਰ ਦੇ ਸਮੇਂ ਗੁਰੂ ਵਸ਼ਿਸ਼ਠ ਜੀ ਦੇ ਕੋਲ ਜਾ ਕੇ ਉਹਨਾਂ ਦੇ ਚਰਨਾਂ ਨੂੰ ਛੂਹ ਕੇ ਪ੍ਰਣਾਮ ਕੀਤਾ ਅਤੇ ਤਪਸਵੀ ਦੇ ਦੱਸੇ ਹੋਏ ਪ੍ਰਸ਼ਨ ਨੂੰ ਅਤੀ ਨਿਮਰਤਾਪੂਰਵਕ ਪੁੱਛਿਆ ਕਿ ਹੇ ਗੁਰੂ ਜੀ, ਤੁਸੀਂ ਆਚਾਰ ਦੰਡ ਨੀਤੀ ਰਾਜ ਧਰਮ ਅਤੇ 4 ਵਰਨਾਂ ਦੇ ਚਾਰੋਂ ਆਸ਼ਰਮਾਂ ਦੀਆਂ ਕਿਰਿਆਵਾਂ ਦਾ ਦਾਨ ਅਤੇ ਵਿਧਾਨ, ਜਗ ਅਤੇ ਉਹਨਾਂ ਦੀ ਵਿਧੀ, ਵਰਤ ਅਤੇ ਉਹਨਾਂ ਦੀ ਕਿਰਿਆ ਅਤੇ ਭਗਵਾਨ ਵਿਸ਼ਨੂੰ ਦੀ ਆਰਾਧਨਾ ਵਿਸਤਾਰਪੂਰਵਕ ਮੈਨੂੰ ਸੁਣਾਇਆ। ਹੁਣ ਮੈਂ ਤੁਹਾਡੇ ਤੋਂ ਮਾਘ ਮਹੀਨੇ ਦੇ ਇਸ਼ਨਾਨ ਦੇ ਮਹੱਤਮ ਨੂੰ ਸੁਣਨਾ ਚਾਹੁੰਦਾ ਹਾਂ। ਸੋ ਹੇ ਤਪੋਧਨ, ਨਿਯਮ ਪੂਰਵਕ ਇਸ ਦੀ ਵਿਧੀ ਸਮਝਾਓ। ਤਦ ਵਸ਼ਿਸ਼ਠ ਜੀ ਕਹਿਣ ਲੱਗੇ ਕਿ ਰਾਜਨ, ਤੁਸੀਂ ਦੋਵਾਂ ਲੋਕਾਂ ਦੇ ਕਲਿਆਣ ਦੇ ਲਈ ਬਨਵਾਸੀ ਅਤੇ ਗ੍ਰਸਤੀ ਦੇ ਅੰਤਕਰਨ ਨੂੰ ਪਵਿੱਤਰ ਕਰਨ ਦੇ ਲਈ ਮਾਘ ਮਹੀਨੇ ਦੇ ਇਸ਼ਨਾਨ ਦਾ ਸੁੰਦਰ ਪ੍ਰਸ਼ਨ ਕੀਤਾ ਹੈ। ਮਾਘ ਮਹੀਨੇ ਵਿੱਚ ਇਸ਼ਨਾਨ ਦਾ ਫਲ ਗਾਂ, ਧਰਤੀ, ਤਿਲ, ਕੱਪੜੇ, ਸੋਨਾ, ਅੰਨ, ਘੋੜਾ ਆਦਿ ਦਾਨ ਅਤੇ ਚੰਦਰਾਇਣ ਅਤੇ ਬ੍ਰਹਮਕੁਰਚ ਆਦਿ ਵਰਤਾਂ ਤੋਂ ਵੀ ਜ਼ਿਆਦਾ ਫਲ ਦੇਣ ਵਾਲਾ ਹੈ। ਵਿਸਾਖ ਅਤੇ ਕਾਰਤਿਕ ਵਿੱਚ ਜਪ, ਦਾਨ ਅਤੇ ਤਪ ਬਹੁਤ ਫਲ ਦੇਣ ਵਾਲੇ ਹਨ। ਪਰ ਮਾਘ ਮਹੀਨੇ ਵਿੱਚ ਇਸ਼ਨਾਨ ਕਰਨ ਵਾਲਾ ਮਨੁੱਖ ਰਾਜ ਅਤੇ ਮੁਕਤੀ ਦੇ ਮਾਰਗ ਨੂੰ ਜਾਣਨ ਵਾਲਾ ਹੁੰਦਾ ਹੈ। ਦਿਵਿਆ ਦ੍ਰਿਸ਼ਟੀ ਵਾਲੇ ਮਹਾਤਮ ਨੇ ਕਿਹਾ ਹੈ ਕਿ ਜੋ ਮਨੁੱਖ ਮਾਘ ਮਹੀਨੇ ਵਿੱਚ ਨਿਸ਼ਕਾਮ ਭਾਵ ਨਾਲ ਭਗਵਾਨ ਦੇ ਨਿਰਮਿਤ ਇਸ਼ਨਾਨ ਕਰਦਾ ਹੈ, ਉਹ ਅਨੰਤ ਫਲ ਪ੍ਰਾਪਤ ਕਰਦਾ ਹੈ। ਇਸ ਨਾਲ ਸਰੀਰ ਦੀ ਸ਼ੁੱਧੀ, ਪ੍ਰੀਤੀ, ਸੌਹਰਦ ਅਤੇ ਚਾਰੋਂ ਤਰ੍ਹਾਂ ਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਦਿਤੀ ਨੇ 12 ਸਾਲ ਤੱਕ ਮਕਰ ਸੰਕ੍ਰਾਂਤੀ ਵਿੱਚ ਅੰਨ ਨਹੀਂ ਖਾਧਾ ਅਤੇ ਮਾਘ ਮਹੀਨੇ ਵਿੱਚ ਇਸ਼ਨਾਨ ਕੀਤਾ। ਇਸ ਨਾਲ ਉਸਦੇ ਘਰ 3 ਲੋਕਾਂ ਨੂੰ ਉਜਵਲ ਕਰਨ ਵਾਲੇ 12 ਪੁੱਤਰ ਪੈਦਾ ਹੋਏ। ਮਾਘ ਵਿੱਚ ਇਸ਼ਨਾਨ ਕਰਨ ਨਾਲ ਹੀ ਰੋਹਿਣੀ ਸੁਭਗਾ ਅਤੇ ਅਰੁੰਧਤੀ ਦਾਨਸ਼ੀਲਾ ਹੋਇਆ ਅਤੇ ਇੰਦਰਾਣੀ ਸਮਾਨ ਰੂਪਵਤੀਆਂ ਹੋ ਕੇ ਪ੍ਰਸਿੱਧ ਹੋਇਆ। ਜਿਹੜਾ ਮਾਘ ਮਹੀਨੇ ਵਿੱਚ ਇਸ਼ਨਾਨ ਕਰਦਾ ਹੈ ਅਤੇ ਦੇਵਤਿਆਂ ਦੀ ਪੂਜਾ ਲਈ ਤਤਪਰ ਰਹਿੰਦੇ ਹਨ, ਉਹਨਾਂ ਨੂੰ ਸੁੰਦਰ ਸਥਾਨ, ਹਾਥੀ ਅਤੇ ਘੋੜੇ ਦੀ ਸਵਾਰੀ ਅਤੇ ਦਾਨ ਕਰਨ ਦੇ ਲਈ ਧਨ ਵੀ ਪ੍ਰਾਪਤ ਹੁੰਦਾ ਹੈ ਅਤੇ ਮਹਿਮਾਨਾਂ ਨਾਲ ਉਹਨਾਂ ਦਾ ਘਰ ਹਮੇਸ਼ਾ ਭਰਿਆ ਰਹਿੰਦਾ ਹੈ। ਉਹਨਾਂ ਦੇ ਘਰਾਂ ਵਿੱਚ ਹਮੇਸ਼ਾ ਵੇਦਾਂ ਦੀ ਆਵਾਜ਼ ਹੁੰਦੀ ਰਹਿੰਦੀ ਹੈ। ਉਹ ਮਨੁੱਖ ਧਨ ਹਨ ਜੋ ਮਾਘ ਮਹੀਨੇ ਵਿੱਚ ਇਸ਼ਨਾਨ ਕਰਦੇ ਹਨ, ਦਾਨ ਦਿੰਦੇ ਹਨ, ਵਰਤ ਅਤੇ ਨਿਯਮਾਂ ਦਾ ਪਾਲਣ ਕਰਦੇ ਹਨ। ਹੋਰ ਪੁੰਨਾਂ ਦੇ ਘੱਟ ਹੋ ਜਾਣ ਉੱਤੇ ਮਨੁੱਖ ਸਵਰਗ ਤੋਂ ਵਾਪਸ ਆ ਜਾਂਦਾ ਹੈ, ਪਰ ਜਿਹੜਾ ਮਨੁੱਖ ਮਾਘ ਮਹੀਨੇ ਵਿੱਚ ਇਸ਼ਨਾਨ ਕਰਦਾ ਹੈ, ਉਹ ਕਦੇ ਵਾਪਸ ਨਹੀਂ ਆਉਂਦਾ। ਇਸ ਤੋਂ ਵੱਧ ਹੋਰ ਕੋਈ ਜਪ, ਤਪ, ਨਿਯਮ, ਦਾਨ ਪਵਿੱਤਰ ਅਤੇ ਪਾਪ ਨਾਸ਼ਕ ਨਹੀਂ ਹੈ। ਰਾਜਾ ਨੇ ਕਿਹਾ, ਭਿੱਖੂ ਜੀ ਨੇ ਮਣੀ ਪਰਬਤ ਉੱਤੇ ਵਿੱਦਿਆ ਗ੍ਰਹਿਣ ਕਰਨ ਵਾਲਿਆਂ ਨੂੰ ਜਿਹੜਾ ਉਪਦੇਸ਼ ਸੁਣਾਇਆ ਸੀ, ਉਹੀ ਮੈਨੂੰ ਵੀ ਸੁਣਾਓ। ਤਦ ਰਿਸ਼ੀ ਕਹਿਣ ਲੱਗੇ ਕਿ ਹੇ ਰਾਜਨ, ਇੱਕ ਸਮੇਂ 12 ਸਾਲ ਤੱਕ ਮੀਂਹ ਨਾ ਪੈਣ ਦੇ ਕਾਰਨ ਬਹੁਤ ਵੱਡਾ ਅਕਾਲ ਪਿਆ। ਪ੍ਰਜਾ ਘੱਟ ਹੋਣ ਦੇ ਕਾਰਨ ਸੰਸਾਰ ਵਿੱਚ ਬਹੁਤ ਜ਼ਿਆਦਾ ਵਦਅਮਨੀ ਫੈਲ ਗਈ। ਹਿਮਾਲਿਆ ਅਤੇ ਵਿੰਧਿਆਚਲ ਵਿਚਕਾਰਲਾ ਪ੍ਰਦੇਸ਼ ਨਿਰੰਜਨ ਹੋਣ ਦੇ ਕਾਰਨ ਜਪ, ਤਪ ਆਦਿ ਸਾਰੇ ਕੰਮ ਬੰਦ ਹੋ ਗਏ। ਇਸ ਨਾਲ ਸਾਰਾ ਭੂਮੰਡਲ
ਫਲ ਮੂਲ ਅੰਨ ਅਤੇ ਪਾਣੀ ਨਾ ਹੋਣ ਦੇ ਕਾਰਨ ਦੁਖੀ ਹੋ ਗਿਆ। ਤਦ ਵਿੰਧਿਆਚਲ ਦੇ ਹੇਠਾਂ ਵਹਿੰਦੀ ਹੋਈ ਰੇਵਾ ਨਦੀ ਦੇ ਸੁੰਦਰ ਦਰਖਤਾਂ ਨਾਲ ਭਰੇ ਆਪਣੇ ਆਸ਼ਰਮ ਤੋਂ ਨਿਕਲ ਕੇ ਭਿੱਗੂ ਰਿਸ਼ੀ ਆਪਣੇ ਚੇਲਿਆਂ ਸਹਿਤ ਹਿਮਾਚਲ ਪਰਬਤ ਉੱਤੇ ਗਏ। ਇਸ ਪਰਬਤ ਦੀ ਚੋਟੀ ਨੀਲੀ ਅਤੇ ਹੇਠਾਂ ਦਾ ਹਿੱਸਾ ਸੁਨਹਿਰੀ ਹੋਣ ਦੇ ਕਾਰਨ ਪਰਬਤ ਪੀਤਾਂਬਰਧਾਰੀ ਸ਼੍ਰੀ ਵਿਸ਼ਨੂੰ ਭਗਵਾਨ ਦੇ ਸਮਾਨ ਲੱਗਦਾ ਸੀ। ਪਰਬਤ ਦੇ ਵਿੱਚ ਦਾ ਹਿੱਸਾ ਨੀਲਾ ਅਤੇ ਵਿਚਕਾਰੋਂ ਕਿਤੇ ਸਫੇਦ ਅਤੇ ਕਿਤੇ ਸਫਟਿਕ ਹੋਣ ਦੇ ਕਾਰਨ ਬਹੁਤ ਸੁੰਦਰ ਲੱਗ ਰਿਹਾ ਸੀ। ਰਾਤ ਦੇ ਸਮੇਂ ਉਹ ਪਰਬਤ ਦੀਵਿਆਂ ਦੀ ਤਰ੍ਹਾਂ ਚਮਕਦੀਆਂ ਹੋਈਆਂ ਦਵਿਜ ਔਸ਼ਧੀਆਂ ਨਾਲ ਪੂਰਨ ਕਿਸੇ ਮਹਿਲ ਦੀ ਸ਼ੋਭਾ ਨੂੰ ਪ੍ਰਾਪਤ ਹੁੰਦਾ ਸੀ। ਇਨ੍ਹਾਂ ਪਰਬਤ ਦੀਆਂ ਚੋਟੀਆਂ ਉੱਤੇ ਬੰਸਰੀ ਵਜਾਉਂਦੀਆਂ ਅਤੇ ਸੁੰਦਰ ਗੀਤ ਗਾਉਂਦੀਆਂ ਹੋਈਆਂ ਕਿਰਨੀਆਂ ਅਤੇ ਕੇਲੀਆਂ ਦੀ ਪੱਤੀਆਂ ਦੀ ਟਹਿਣੀਆਂ ਨਾਲ ਬਹੁਤ ਸ਼ੋਭਾ ਹੋ ਰਿਹਾ ਸੀ। ਇਹ ਪਰਬਤ ਨੀਲਮ, ਪੰਨਾ, ਪੁਖਰਾਜ ਅਤੇ ਇਸ ਦੀ ਚੋਟੀ ਵਿੱਚੋਂ ਨਿਕਲਦੀਆਂ ਹੋਈਆਂ ਰੰਗ ਬਿਰੰਗੀਆਂ ਕਿਰਨਾਂ ਨਾਲ ਇੰਦਰ ਧਨੁਸ਼ ਦੇ ਸਮਾਨ ਪ੍ਰਤੀਤ ਹੁੰਦਾ ਸੀ। ਸੋਨਾ ਆਦਿ ਸਾਰੀਆਂ ਧਾਤੂਆਂ ਅਤੇ ਅਨੇਕ ਰਤਨਾਂ ਦੇ ਚਾਰੋਂ ਪਾਸੇ ਨਿਕਲਦੀਆਂ ਚਮਕ ਅਤੇ ਅਗਨੀ ਜਵਾਲਾ ਦੇ ਸਮਾਨ ਸ਼ੋਭਾ ਦੇ ਰਹੀ ਸੀ। ਇਸ ਦੀਆਂ ਗੁਫਾਵਾਂ ਵਿੱਚ ਕਾਮ ਨਾਲ ਪੀੜਿਤ ਵਿਦਿਆਰਥੀ ਆਪਣੇ ਪਤਿਆਂ ਦੇ ਨਾਲ ਰਮਨ ਕਰਦੀਆਂ ਹਨ ਅਤੇ ਗੁਫਾਵਾਂ ਵਿੱਚ ਇਸ ਤਰ੍ਹਾਂ ਦੇ ਰਿਸ਼ੀ ਮੁਨੀ ਜਿਨ੍ਹਾਂ ਨੇ ਸੰਸਾਰ ਦੇ ਸਾਰੀਆਂ ਕਲੇਸ਼ਾਂ ਨੂੰ ਜਿੱਤ ਲਿਆ ਹੈ, ਰਾਤ ਦਿਨ ਬ੍ਰਾਹਮਣਾਂ ਦਾ ਧਿਆਨ ਕਰਦੇ ਹਨ ਅਤੇ ਕਈ ਇੱਕ ਰੁਦਰਾਕਸ਼ ਦੀ ਮਾਲਾ ਹੱਥ ਵਿੱਚ ਲੈ ਕੇ ਸ਼ਿਵ ਦੀ ਆਰਾਧਨਾ ਕਰ ਰਹੇ ਹਨ। ਇੱਕ ਪਾਸੇ ਮਦਾਰ ਦੇ ਫੁੱਲਾਂ ਦੀ ਸੁਗੰਧੀ ਆ ਰਹੀ ਹੈ। ਝਰਨਿਆਂ ਵਿੱਚੋਂ ਸਾਫ਼ ਪਾਣੀ ਸੁੰਦਰ ਸ਼ਬਦ ਕਰਦਾ ਹੋਇਆ ਬਹਿ ਰਿਹਾ ਹੈ। ਪਰਬਤ ਦੇ ਥੱਲੇ ਦੇ ਹਿੱਸਿਆਂ ਵਿੱਚ ਜੰਗਲੀ ਹਾਥੀ ਅਤੇ ਆਪਣੇ ਬੱਚਿਆਂ ਨੂੰ ਨਾਲ ਖੇਡ ਰਿਹਾ ਹੈ। ਕਸਤੂਰੀ ਵਾਲੇ ਹਿਰਨ ਅਤੇ ਰੰਗ ਬਿਰੰਗੇ ਹੀਨਾਂ ਦੇ ਦੇ ਝੁੰਡ ਇੱਧਰ ਉੱਧਰ ਭੱਜ ਰਹੇ ਹਨ। ਚਬਰੀ ਗਾਂ ਅਤੇ ਹੋਰ ਕਈ ਤਰ੍ਹਾਂ ਦੇ ਪਸ਼ੂ ਵੀ ਖੇਡ ਰਹੇ ਹਨ ਅਤੇ ਕਬੂਤਰ, ਚਕੋਰ, ਪਪੀਹਾ ਆਦਿ ਆਪਣੀ ਮਨੋਹਰ ਬੋਲੀ ਬੋਲ ਰਹੇ ਹਨ। ਇਹ ਪਰਬਤ ਸਦਾ ਰਾਜਹੰਸ ਅਤੇ ਮੋਰਾਂ ਨਾਲ ਸ਼ੋਭਿਤ ਹੋ ਰਿਹਾ ਹੈ। ਇੱਥੇ ਹਮੇਸ਼ਾ ਤੋਂ ਦੇਵਤਾ, ਯਕਸ਼ ਅਤੇ ਅਪਸਰਾਵਾਂ ਰਹਿੰਦੀਆਂ ਹਨ। ਇੱਦਾਂ ਹੀ ਨਵੀਆਂ ਜਾਣਕਾਰੀਆਂ ਦੇ ਲਈ ਲਾਈਕ, ਸਬਸਕ੍ਰਾਈਬ ਕਰੋ।